ओंटारियो फ्रेंड्स क्लब कनेडा के प्रधान सरदार रविंदर सिंह जी कंग, चेयरमैन सरदार जय सिंह ਚੱਠਾ ਤੇ ਅੱਜ ਦੇ ਸਾਰੇ ਕਹਾਣੀਕਾਰਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੀ ਅੱਜ ਦੀ ਕਹਾਣੀ ਦਾ ਸਿਰਲੇਖ ਹੈ ਤੋਹਫਾ। ਮੀਤ ਦੀ ਬੇਟੀ 3 ਸਾਲ ਦੀ ਹੋ ਚੁੱਕੀ ਸੀ। ਸਭ ਦੀਆਂ ਨਜ਼ਰਾਂ ਉਸ ਦੇ ਦੁਆਰਾ ਮਾਂ ਬਣਨ ਵੱਲ ਤੱਕ ਰਹੀਆਂ ਸਨ। ਬਾਰ-ਬਾਰ ਖੁਸ਼ਖਬਰੀ ਦੇਣ ਲਈ ਕਿਹਾ ਜਾ ਰਿਹਾ ਸੀ। ਮੀਤ ਸੰਗ ਦੀ ਕਿਸੇ ਨਾਲ ਕੋਈ ਗੱਲ ਹੀ ਨਾ ਕਰਦੀ। ਸਿਹਤ ਖਰਾਬ ਹੋਣ ਕਾਰਨ ਸਭਨਾਂ ਦੇ ਸ਼ੱਕ ਦੂਰ ਹੋ ਗਏ ਸਨ। 3 ਮਹੀਨੇ ਮਗਰੋਂ ਡਾਕਟਰ ਨੇ ਸਕੈਨ ਲਈ ਲਿਖਿਆ ਤਾਂ ਲਿੰਗ ਟੈਸਟ ਕਰਵਾਉਣ ਲਈ ਸੱਸ ਬਾਰ-ਬਾਰ ਦਬਾਅ ਪਾ ਰਹੀ ਸੀ। ਪਰ ਮੀਤ ਨੇ ਠੋਕਵਾਂ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਉਸ ਦੀਆਂ 2 ਭੈਣਾਂ, 3 ਭੂਆ ਤੇ 4 ਨਣਦਾਂ ਹਨ। ਉਹ ਤਾਂ ਕਿਸੇ ਨੇ ਨਹੀਂ ਮਾਰੀਆਂ। ਫਿਰ ਮੇਰੀ ਹੀ ਔਲਾਦ ਦੇ ਉੱਤੇ ਮਾੜੀ ਅੱਖ ਕਿਉਂ? ਇਹ ਸਭ ਮਗਰੋਂ ਆਮ ਟੈਸਟ ਤਾਂ ਕਰਵਾਇਆ ਗਿਆ ਪਰ ਲਿੰਗ ਜਾਂਚ ਨਾ ਕਰਵਾਈ। ਹੁਣ ਉਹ ਵੀ ਇਹੋ ਹੀ ਸੋਚਦੀ ਰਹਿੰਦੀ ਕਿ ਜੇ ਇਸ ਵਾਰ ਵੀ ਬੇਟੀ ਹੋਈ ਤਾਂ ਸਹੁਰੇ ਪਰਿਵਾਰ ਨੇ ਉਸ ਦੇ ਬੈਰੀ ਬਣ ਜਾਣਾ। ਪਤੀ ਤਾਂ ਨਿੱਤ ਦੇ ਨਸ਼ੇ ਵਿੱਚੋਂ ਬਾਹਰ ਹੀ ਨਹੀਂ ਨਿਕਲਦਾ। 2 ਧੀਆਂ ਹੋ ਗਈਆਂ, ਕਿਵੇਂ ਪਾਲੇਗੀ? ਸੋਚਾਂ ਦੇ ਵਿੱਚ ਅਕਸਰ ਹੀ ਇੱਕ ਨੰਨੀ ਜਿਹੀ ਪਰੀ ਉਸ ਦੀ ਆਵਾਜ਼ ਕੰਨਾਂ ਵਿੱਚ ਪੈਂਦੀ, ਮਾਂ ਮੈਨੂੰ ਮਾਰੀ ਨਾ, ਮੈਂ ਵੀ ਤੇਰੇ ਵਾਂਗੂ ਜੱਗ ਵੇਖਣਾ ਚਾਹੁੰਦੀ ਹਾਂ। ਨਾਲੇ ਆਸ਼ਰਮਾਂ ਦੇ ਵਿੱਚ ਮਾਪਿਆਂ ਨੂੰ ਧੀਆਂ ਨਹੀਂ ਪੁੱਤ ਛੱਡ ਕੇ ਆਉਂਦੇ ਨੇ। ਮਾਂ ਮੈਂ ਤੇਰੀ ਸੇਵਾ ਕਰੂੰ, ਤੂੰ ਇਹ ਮਾੜਾ ਕਰਮ ਨਾ ਕਮਾਈ। ਸੋਚਾਂ ਦੇ ਵਿੱਚ ਮੀਤ ਦਾ ਰੰਗ ਕਾਲਾ ਤੇ ਸਿਹਤ ਕਮਜ਼ੋਰ ਹੋ ਗਈ ਸੀ। ਪਹਿਲਾਂ ਵੀ ਬੇਟੀ ਸਜੇਰੀਅਨ ਨਾਲ ਹੋਈ ਸੀ। ਡਾਕਟਰ ਨੇ ਇਸ ਵਾਰ ਵੀ ਸਜੇਰੀਅਨ ਬਾਰੇ ਹੀ ਕਿਹਾ ਸੀ। ਚੈੱਕ ਕਰਵਾਉਣ ਗਏ ਤਾਂ ਡਾਕਟਰ ਨੇ ਦਾਖਲ ਹੋਣ ਲਈ ਆਖ ਦਿੱਤਾ। ਫਿਰ ਉਸਨੇ 15 ਦਿਨਾਂ ਦੀ ਛੁੱਟੀ ਲੈਣੀ ਹੈ। ਸਮਾਂ ਪੂਰੇ ਹਫ਼ਤੇ ਬਿਲਕੁਲ ਸਹੀ ਹੈ। ਪਰ ਮੀਤ ਜਦ ਘਰ ਆਈ ਤਾਂ ਡਰ ਨਾਲ ਬੁਖਾਰ ਹੋ ਗਿਆ। ਡਾਕਟਰ ਨੇ 2 ਦਿਨ ਦਾ ਆਰਾਮ ਕਰਨ ਦੇ ਲਈ ਕਹਿ ਦਿੱਤਾ। 2 ਦਿਨਾਂ ਮਗਰੋਂ ਜਦੋਂ ਫਿਰ ਹਸਪਤਾਲ ਗਏ ਤਾਂ ਮੀਤ ਦਾ ਰੋ ਰੋ ਕੇ ਬੁਰਾ ਹਾਲ ਸੀ ਕਿ ਇਸ ਵਾਰ ਵੀ ਬੇਟੀ ਹੀ ਹੋਵੇਗੀ। ਜਦੋਂ ਪਹਿਲੀ ਬੇਟੀ ਦਾ ਜਨਮ ਹੋਇਆ ਸੀ ਤਾਂ ਡਾਕਟਰ ਟੀਮ ਕਹਿ ਰਹੀ ਸੀ ਕਿ 1700 ਦਾ ਟਾਰਗੇਟ ਰੱਖਣਾ ਹੈ, ਪਹਿਲਾ ਬੱਚਾ ਹੈ। ਪਰ ਫਿਰ ਕੋਈ ਬੋਲਿਆ ਹੀ ਨਹੀਂ ਸੀ। ਉਸ ਦਿਨ ਨੂੰ ਵੀ ਮੀਤ ਯਾਦ ਕਰ ਰਹੀ ਸੀ। ਇਸ ਵਾਰ ਤਾਂ ਡਾਕਟਰ ਕੋਈ ਗੱਲ ਹੀ ਨਹੀਂ ਸਨ ਕਰ ਰਹੇ। ਜਦੋਂ ਮੀਤ ਨੂੰ ਸਟੈਚਰ 'ਤੇ ਪਾਇਆ ਗਿਆ ਤਾਂ ਹੱਥ ਜੋੜ ਕੇ ਇਹੋ ਹੀ ਕਹਿ ਰਹੀ ਸੀ, ਮਾਲਕਾ ਸੁੱਖ ਰੱਖੀ, ਤੰਦਰੁਸਤੀ ਬਖਸ਼ੀ, ਖੁਸ਼ੀਆਂ ਦੇਵੀਂ। ਅੱਖਾਂ ਦੇ ਵਿੱਚੋਂ ਬਾਰ-ਬਾਰ ਹੰਝੂ ਵਗ ਰਹੇ ਸਨ। ਡਾਕਟਰ ਨੇ ਸਿਰ ਦੇ ਉੱਤੇ ਹੱਥ ਫੇਰਦਿਆਂ ਕਿਹਾ, ਬੱਚੇ ਰੋਣਾ ਨਹੀਂ, ਸਭ ਠੀਕ ਹੋ ਜਾਵੇਗਾ। ਥੋੜ੍ਹੀ ਦੇਰ ਮਗਰੋਂ ਸਾਰੇ ਹੱਸ ਰਹੇ ਸਨ। ਵਾਓ ਛੁਟਕਾ, ਸੁੰਦਰ, ਕੱਪੜੇ ਮੰਗਾਓ, 2100 ਕਹਿ ਦਿਓ। ਜਦੋਂ ਇਹ ਆਵਾਜ਼ ਮੀਤ ਦੇ ਕੰਨੀ ਪਈ ਤਾਂ ਉਸਨੇ ਬੋਲਣਾ ਵੀ ਚਾਹਿਆ, ਪਰ ਡਰ ਨਾਲ ਆਏ ਬੁਖਾਰ ਨੇ ਉਸਦੀ ਤਾਂ ਆਵਾਜ਼ ਹੀ ਬੰਦ ਕਰ ਦਿੱਤੀ ਸੀ। ਸੋਚਾਂ ਦੇ ਵਿੱਚ ਵੀ ਉਹ ਦਵਾਈ ਘੁੰਮ ਰਹੀ ਸੀ ਜਿਸ ਨੂੰ ਖਾ ਕੇ ਉਸਦਾ ਵਰਸ਼ਨ ਹੋ ਜਾਣਾ ਸੀ। ਪਰ ਜਿੱਦ ਦੇ ਅੱਗੇ ਸਾਰੇ ਹਾਰ ਗਏ ਸਨ। ਉਸ ਨੂੰ ਵਾਹਿਗੁਰੂ ਦੀ ਦਿੱਤੀ ਇਸ ਤੋਹਫੇ ਵਜੋਂ ਸੌਗਾਤ ਨੂੰ ਸੁਪਨੇ ਵਿੱਚ ਘੁੰਮਦੀ ਧੀ ਵੱਲੋਂ ਹੀ ਦਿੱਤਾ ਗਿਆ ਮਹਿਸੂਸ ਹੋਇਆ। ਉਹ ਹੁਣ ਪੁੱਤ ਦੇ ਵਿੱਚੋਂ ਵੀ ਧੀ ਨੂੰ ਤੱਕ ਰਹੀ ਸੀ ਜੋ ਉਸ ਦੀਆਂ ਸੋਚਾਂ ਵਿੱਚ ਅਕਸਰ ਹੀ ਘੁੰਮਦੀ ਰਹਿੰਦੀ। ਧੰਨਵਾਦ ਜੀ।